ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੀ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਚਬਰ ਛਤਰ ਤਖਤ ਦੇ ਮਾਲਕ, ਸਮੁੱਚੀ ਮਾਨਵਤਾ ਦੇ ਰਹਿਬਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪਾਂ ਕੱਲ੍ਹ ਦੇ ਦੀਵਾਨ ਅੰਦਰ 1801 ਈਸਵੀ ਤੋਂ ਲੈ ਕੇ 1812 ਈਸਵੀ ਤੱਕ ਇਤਿਹਾਸ ਦੀ ਵਿਚਾਰ ਕੀਤੀ ਸੀ। ਸੋ ਅਗਲੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤਿਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1813 ਈਸਵੀ ਦਾ ਸਮਾਂ ਆ ਗਿਆ ਹੈ। 1813 ਈਸਵੀ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਜੋ ਬਹੁਤ ਹੀ ਬੇਸ਼ਕੀਮਤੀ ਹੀਰਾ ਹੈ, ਕੋਹੇ ਨੂਰ ਹੀਰਾ, ਇਹ ਆਉਂਦਾ ਹੈ। ਇਸ ਕੋਹੇ ਨੂਰ ਹੀਰੇ ਦਾ ਕੀ ਪਿਛੋਕੜ ਹੈ? ਦਸੰਬਰ 1825 ਈਸਵੀ ਦੇ ਵਿੱਚ, ਦਸੰਬਰ 1825 ਈਸਵੀ ਦੇ ਵਿੱਚ ਇਬਰਾਹਿਮ ਲੋਧੀ ਅਤੇ ਬਾਬਰ ਦੇ ਵਿਚਕਾਰ ਪਾਣੀਪਤ ਦੇ ਅਸਥਾਨ 'ਤੇ ਇੱਕ ਜੰਗ ਹੁੰਦੀ ਹੈ। ਇਸ ਜੰਗ ਦੇ ਅੰਦਰ ਇਬਰਾਹਿਮ ਲੋਧੀ ਹਾਰ ਜਾਂਦਾ ਹੈ, ਬਾਬਰ ਦੀ ਜਿੱਤ ਹੁੰਦੀ ਹੈ। ਬਾਬਰ ਆਪਣੇ ਪੁੱਤਰ ਹਿਮਾਂਜੂ ਨੂੰ ਆਗਰੇ ਵਿਖੇ ਭੇਜਦਾ ਹੈ। 1525 ਈਸਵੀ ਦੇ ਵਿੱਚ, ਕਿਉਂਕਿ ਆਗਰੇ ਦੇ ਵਿੱਚ ਇਬਰਾਹਿਮ ਲੋਧੀ ਦੀ ਹਮਾਇਤ ਕਰਨ ਵਾਲੇ ਲੋਕ ਰਹਿੰਦੇ ਸਨ। ਇਬਰਾਹਿਮ ਲੋਧੀ ਹਾਰ ਗਿਆ ਜੰਗ ਦੇ ਵਿੱਚ। ਹਿਮਾਂਜੂ ਨੂੰ ਭੇਜਿਆ ਜਾਂਦਾ ਹੈ ਕਿ ਤੁਸੀਂ ਆਗਰੇ 'ਤੇ ਹਮਲਾ ਕਰੋ। ਆਗਰੇ ਦੇ ਵਿੱਚ ਇਬਰਾਹਿਮ ਲੋਧੀ ਦੇ ਨਾਲ ਹਮਾਇਤ ਕਰਨ ਵਾਲੇ, ਉਹਦਾ ਪੱਖ ਪੂਰਨ ਵਾਲੇ ਲੋਕ ਰਹਿੰਦੇ ਹਨ। ਜਦੋਂ ਆਗਰੇ 'ਤੇ ਹਮਲਾ ਕੀਤਾ ਜਾਂਦਾ ਹਿਮਾਂਜੂ ਦੇ ਵੱਲੋਂ, ਉੱਥੋਂ ਦੇ ਜੋ ਹਾਕਮ ਹਨ, ਜੋ ਇਬਰਾਹਿਮ ਲੋਧੀ ਦਾ ਪੱਖ ਕਰਦੇ ਸੀ, ਉਹਨਾਂ ਦੇ ਵਿੱਚ ਆਪੋ ਆਪਣੀ ਜਾਨ ਬਚਾਉਣ ਦੇ ਲਈ ਦੌੜ ਭੱਜ ਸ਼ੁਰੂ ਹੋ ਜਾਂਦੀ ਹੈ। ਉਹ ਦੌੜ ਜਾਂਦੇ ਹਨ ਅਤੇ ਇਸ ਹਮਲੇ ਦੇ ਦੌਰਾਨ ਇੱਕ ਨੌਜਵਾਨ ਔਰਤ ਹਿਮਾਂਜੂ ਦੇ ਹੱਥ ਆਉਂਦੀ ਹੈ। ਉਹ ਨੌਜਵਾਨ ਔਰਤ ਹਿਮਾਂਜੂ ਨੂੰ ਇੱਕ ਗੱਲ ਕਹਿੰਦੀ ਹੈ ਕਿ ਔਰਤ ਦੇ ਕੋਲ ਸਭ ਤੋਂ ਕੀਮਤੀ ਜੋ ਗਹਿਣਾ ਹੁੰਦਾ ਉਹ ਹੁੰਦਾ ਹੈ ਉਸ ਦਾ ਕਿਰਦਾਰ। ਤੁਸੀਂ ਮੇਰੇ
ਕਿਰਦਾਰ ਨੂੰ ਦਾਗੀ ਨਾ ਕਰੋ, ਮੈਂ ਤੁਹਾਨੂੰ ਇਸ ਦੇ ਬਦਲੇ ਦੇ ਵਿੱਚ ਇੱਕ ਬਹੁਤ ਹੀ ਬੇਸ਼ਕੀਮਤੀ ਡੱਬੀ ਦਿੰਦੀ ਹਾਂ। ਉਸ ਔਰਤ ਨੇ ਆਪਣੀ ਜਾਨ ਬਚਾਉਣ ਦੀ ਖਾਤਰ, ਆਪਣੇ ਕਿਰਦਾਰ ਨੂੰ ਬਚਾਉਣ ਦੇ ਲਈ ਉਹ ਇੱਕ ਡੱਬੀ ਹਿਮਾਂਜੂ ਨੂੰ ਭੇਟਾ ਕੀਤੀ, ਹਿਮਾਂਜੂ ਨੂੰ ਤੋਹਫੇ ਦੇ ਵਜੋਂ ਦਿੱਤੀ। ਤੇ ਜਦੋਂ ਉਸ ਡੱਬੀ ਨੂੰ ਖੋਲ੍ਹਿਆ ਗਿਆ, ਉਸ ਦੇ ਵਿੱਚ ਬੜਾ ਹੀ ਬੇਸ਼ਕੀਮਤੀ ਇਹ ਹੀਰਾ ਸੀ। 1525 ਤੋਂ ਲੈ ਕੇ 1540 ਤੱਕ ਹਿਮਾਂਜੂ ਦੇ ਕੋਲ ਇਹ ਹੀਰਾ ਰਹਿਆ। 1540 ਈਸਵੀ ਦੇ ਵਿੱਚ ਸ਼ੇਰ ਸ਼ਾਹ ਸੂਰੀ ਦੇ ਨਾਲ ਜਦੋਂ ਕਨੌਜ ਦੀ ਧਰਤੀ ਤੇ 1540 ਦੇ ਵਿੱਚ ਜੰਗ ਹੁੰਦੀ ਹੈ, ਇਹ ਹਿਮਾਂਜੂ ਉਹ ਜੰਗ ਹਾਰ ਜਾਂਦਾ ਹੈ। 1540 ਦੇ ਵਿੱਚ ਈਰਾਨ ਚਲਿਆ ਗਿਆ, ਇਸ ਹੀਰੇ ਨੂੰ ਨਾਲ ਹੀ ਲੈ ਗਿਆ। ਇਹ ਈਰਾਨ ਤੋਂ 1555 ਈਸਵੀ ਦੇ ਵਿੱਚ ਇਹ ਦੁਬਾਰੇ ਫੇਰ ਇੱਥੇ ਇਸ ਦੇਸ਼ ਦੇ ਵਿੱਚ ਆਉਂਦਾ। 1555 ਈਸਵੀ ਤੋਂ ਲੈ ਕੇ 1739 ਈਸਵੀ ਤੱਕ ਤਕਰੀਬਨ 125 ਸਾਲ ਦਾ ਸਮਾਂ ਬਣਦਾ, 225 ਸਾਲ। 1555 ਤੋਂ 1539 ਤੱਕ 200 ਸਾਲ ਤੋਂ ਘੱਟ ਸਮਾਂ ਬਣਦਾ। ਥੋੜ੍ਹੇ ਜਿਹੇ ਸਾਲ ਘੱਟ ਹਨ। ਇੰਨਾ ਸਮਾਂ ਇਹ ਹੀਰਾ ਜਿਹੜਾ ਇਹ ਮੁਗਲ ਬਾਦਸ਼ਾਹਾਂ ਦੇ ਕੋਲ ਰਹੇ ਹੈ। ਹਿਮਾਂਜੂ ਦੀ ਮੌਤ ਹੋ ਜਾਂਦੀ ਹੈ 1555 ਈਸਵੀ ਦੇ ਵਿੱਚ। ਇਹ ਪੜ੍ਹਨ ਦਾ ਬਹੁਤ ਸ਼ੌਕੀਨ ਸੀ। ਇਹ ਆਪਣੀ ਲਾਇਬ੍ਰੇਰੀ ਦੇ ਵਿੱਚੋਂ ਕਿਤਾਬ ਪੜ੍ਹਦਾ ਆ ਰਿਹਾ ਸੀ। ਜਦੋਂ ਪੌੜੀਆਂ ਉਤਰਨ ਲੱਗਿਆ, ਇਹਦਾ ਖਿਆਲ ਕਿਤਾਬ ਦੇ ਵਿੱਚ ਸੀ, ਪੜ੍ਹ ਰਿਹਾ ਸੀ। ਇਹ ਪੌੜੀਆਂ ਤੋਂ ਤਿਲਕ ਕੇ ਡਿੱਗ ਪਿਆ, ਜਿਸ ਕਰਕੇ ਇਹਦੀ ਮੌਤ ਹੋ ਗਈ ਸੀ। ਤੇ 1739 ਈਸਵੀ ਤੱਕ ਇਹ ਵੱਖ-ਵੱਖ ਬਾਦਸ਼ਾਹਾਂ ਦੇ ਕੋਲ ਰਹੇ ਆ, ਮੁਗਲ ਬਾਦਸ਼ਾਹਾਂ ਦੇ ਕੋਲ। 1739 ਈਸਵੀ ਦੇ ਵਿੱਚ ਨਾਦਰ ਸ਼ਾਹ ਹਮਲਾ ਕਰਦਾ। ਆਪਾਂ ਵਿਚਾਰ ਆਏ ਆ, ਮੁਹੰਮਦ ਸ਼ਾਹ ਰੰਗੀਲਾ ਉਸ ਸਮੇਂ ਬਾਦਸ਼ਾਹ ਸੀ, ਤੇ ਹਮਲਾ ਕਰਕੇ ਉਹਨੇ ਦਿੱਲੀ ਸ਼ਹਿਰ ਨੂੰ 3 ਮਹੀਨੇ ਲੁੱਟਿਆ। ਇੱਥੇ 1,12,000 ਬੰਦਾ ਉਸਨੇ ਕਤਲ ਕਰਵਾ ਦਿੱਤਾ ਸੀ। ਸ਼ਾਹ ਮੁਹੰਮਦ ਰੰਗੀਲੇ ਦੀ ਲੜਕੀ ਦੇ ਨਾਲ ਆਪਣੇ ਪੁੱਤਰ ਨੂੰ ਵਿਆਹਿਆ ਸੀਗਾ, ਨਾਸ਼ਰ ਸ਼ਾਹ ਨੂੰ। ਤੇ ਇੱਥੋਂ 7 ਕਰੋੜ ਰੁਪਈਆ ਤੇ ਇਸ ਹੀਰੇ ਨੂੰ ਲੁੱਟ ਕੇ ਇਹ ਅਫਗਾਨਿਸਤਾਨ ਲੈ ਗਿਆ ਸੀ। ਜਦੋਂ ਤੱਕ ਇਹ ਨਾਦਰ ਸ਼ਾਹ ਦੇ ਕੋਲ ਹੀਰਾ ਨਹੀਂ ਆਉਂਦਾ, ਉਦੋਂ ਤੱਕ ਇਸ ਹੀਰੇ ਦਾ ਕੋਈ ਨਾਮ ਵੀ ਨਹੀਂ ਸੀ। ਇਹ ਜੋ ਕੋਹੇ ਨੂਰ ਨਾਮ ਰੱਖਿਆ ਇਸ ਹੀਰੇ ਦਾ, ਇਹ ਨਾਦਰ ਸ਼ਾਹ ਨੇ ਰੱਖਿਆ ਸੀ। ਜਦੋਂ ਦਿੱਲੀ ਵੇਖੇ ਇਹਨੇ ਬਹੁਤ ਧਨ ਦੌਲਤ ਲੁੱਟਿਆ ਤੇ ਇਸ ਹੀਰੇ ਨੂੰ ਲੁੱਟਿਆ, ਤੇ ਜਦੋਂ ਡੱਬੀ ਖੋਲ੍ਹ ਕੇ ਇਸ ਹੀਰੇ ਨੂੰ ਵੇਖਿਆ ਤੇ ਉਸ ਸਮੇਂ ਨਾਦਰ ਸ਼ਾਹ ਨੇ ਕਿਹਾ ਸੀ ਵੀ ਇਹ ਕੋਹੇ ਨੂਰ। ਕੋਹ ਕਹਿਆ ਜਾਂਦਾ ਪਹਾੜ ਨੂੰ, ਨੂਰ ਕਹਿਆ ਜਾਂਦਾ ਰੋਸ਼ਨੀ ਨੂੰ, ਚਾਨਣ ਨੂੰ। ਨਾਦਰ ਸ਼ਾਹ ਨੇ ਕਿਹਾ ਸੀ ਇਹ ਤਾਂ ਰੋਸ਼ਨੀ ਦਾ ਪਹਾੜ ਹੈ। ਇਸ ਹੀਰੇ ਦਾ ਨਾਮ ਨਾਦਰ ਸ਼ਾਹ ਨੇ ਰੱਖਿਆ ਤੇ ਉਹ ਇੱਥੋਂ ਲੁੱਟ ਕੇ ਲੈ ਕੇ ਗਿਆ ਅਫਗਾਨਿਸਤਾਨ। ਨਾਦਰ ਸ਼ਾਹ ਦੇ ਮਰਨ ਤੋਂ ਬਾਅਦ ਤਖਤ 'ਤੇ ਬੈਠਦਾ ਅਹਿਮਦ ਸ਼ਾਹ ਅਬਦਾਲੀ, ਇਹ ਉਸ ਦੇ ਕੋਲ ਆ ਜਾਂਦਾ। ਅਹਿਮਦ ਸ਼ਾਹ ਅਬਦਾਲੀ ਦੇ 3 ਪੋਤਰੇ ਸਨ। ਇੱਕ ਸ਼ਾਹ ਜਵਾਨ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਲਲਕਾਰਦਾ। ਅਹਿਮਦ ਸ਼ਾਹ ਦੇ ਅਬਦਾਲੀ ਦਾ ਪੋਤਰਾ, ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਆ ਤੈਨੂੰ ਚੜ੍ਹਤ ਸਿੰਘ ਸ਼ੁਕਰ ਚੱਕੀਏ ਦਾ ਪੋਤਰਾ ਬੰਗਾਲ ਰਹੇ ਆ। ਇਸ ਤਰ੍ਹਾਂ ਦੇ ਸ਼ਬਦ ਕਹੇ ਗਏ ਸਨ ਰਣਜੀਤ ਸਿੰਘ ਦੇ ਵੱਲੋਂ ਸੰਮਨ ਬੁਰਜ ਦੇ ਕੋਲ। ਇੱਕ ਹੈ ਸ਼ਾਹ ਜਵਾਨ
ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ, ਦੂਸਰਾ ਹੈ ਸ਼ਾਹ ਮੁਹੰਮਦ ਤੇ ਤੀਸਰਾ ਹੈ ਸ਼ਾਹ ਸੁਜਾ। ਸ਼ਾਹ ਮੁਹੰਮਦ ਤੇ ਸ਼ਾਹ ਸੁਜਾ ਦੇ ਵਿਚਕਾਰ ਆਪਸ ਦੇ ਵਿੱਚ ਜੰਗ ਹੁੰਦੀ ਹੈ, ਦੋਵੇਂ ਭਰਾਵਾਂ ਦੇ ਵਿੱਚ। ਇਹ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਹਨ। ਸ਼ਾਹ ਸੁਜਾ ਜੰਗ ਦੇ ਵਿੱਚ ਹਾਰ ਜਾਂਦਾ ਹੈ। ਉਹ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆ ਕੇ ਸ਼ਰਨ ਲੈਂਦਾ ਹੈ ਕਿ ਤੁਸੀਂ ਮੇਰੀ ਮਦਦ ਕਰੋ, ਮੈਂ ਜੰਗ ਦੇ ਵਿੱਚ ਹਾਰ ਗਿਆ। ਮਹਾਰਾਜਾ ਰਣਜੀਤ ਸਿੰਘ ਕਾਬਲ ਦੇ ਨੇੜੇ ਰਾਵਲਪਿੰਡੀ ਵਿਖੇ ਇਹਨੂੰ ਇੱਕ ਜੰਗੀਰ ਦੇ ਦਿੰਦਾ ਵੀ ਤੂੰ ਇੱਥੇ ਰਹਿਣਾ ਸ਼ੁਰੂ ਕਰ ਦੇ, ਤੈਨੂੰ ਕੋਈ ਖਤਰਾ ਨਹੀਂ। ਇਹ ਉੱਥੇ ਕੁਝ ਕੁ ਸਮਾਂ ਰਹਿੰਦਾ ਹੈ। ਆਖਰ ਇਹ ਆਪਣੇ ਵੱਲੋਂ ਫੌਜ ਇਕੱਠੀ ਕਰਕੇ ਦੁਬਾਰੇ ਫੇਰ ਸ਼ਾਹ ਮੁਹੰਮਦ ਦੇ ਨਾਲ, ਆਪਣੇ ਭਰਾ ਦੇ ਨਾਲ ਜੰਗ ਕਰਦਾ, ਉਹਨੂੰ ਹਰਾ ਦਿੰਦਾ, ਤਖਤ 'ਤੇ ਆਪ ਬੈਠ ਜਾਂਦਾ। 3 ਮਹੀਨਿਆਂ ਦਾ ਸਮਾਂ ਗੁਜ਼ਰਦਾ। ਸ਼ਾਹ ਮੁਹੰਮਦ ਦੁਬਾਰੇ ਫੇਰ ਸ਼ਾਹ ਸੁਜਾ 'ਤੇ ਹਮਲਾ ਕਰਕੇ ਇਹਨੂੰ ਹਰਾ ਦਿੰਦਾ ਤੇ ਇਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਗ੍ਰਿਫਤਾਰ ਕਰਕੇ ਇਹਨੂੰ ਕਸ਼ਮੀਰ ਲਿਆਂਦਾ ਜਾਂਦਾ। ਕਸ਼ਮੀਰ ਵਿਖੇ ਸ਼ਾਹ ਮੁਹੰਮਦ ਦਾ ਇੱਕ ਬਹੁਤ ਵਧੀਆ ਜਰਨੈਲ ਹੈ, ਉਸ ਨੂੰ ਸ਼ਾਹ ਮੁਹੰਮਦ ਕਹਿੰਦਾ ਵੀ ਤੂੰ ਸ਼ਾਹ ਸੁਜਾ ਦਾ ਕਤਲ ਕਰ ਦੇ, ਮੇਰੇ ਭਰਾ ਦਾ, ਇਹਨੂੰ ਖਤਮ ਕਰ। ਇਹ ਹਰ ਵਾਰੀ ਆਪਣੇ ਰਾਹ ਦੇ ਵਿੱਚ ਰੋੜਾ ਬਣਦਾ, ਤਖਤ ਦੀ ਖਾਤਰ ਹਰ ਰੋਜ਼ ਨਵਾਂ ਵਿਖੇੜਾ ਖੜਾ ਕਰਦਾ, ਜੰਗ ਕਰਦਾ। ਕਿਤੇ ਇਹ ਨਾ ਹੋਵੇ ਵੀ ਇਹ ਜ਼ਿਆਦਾ ਤਾਕਤਵਰ ਹੋ ਜੇ, ਆਪਾਂ ਨੂੰ ਖਤਮ ਕਰੇ, ਤੂੰ ਇਹਦਾ ਕਤਲ ਕਰ ਦੇ। ਜਦੋਂ ਇਹਦੇ ਘਰ ਵਾਲੀ ਨੂੰ ਪਤਾ ਲੱਗਦਾ ਵੀ ਮੇਰੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਉਹਦਾ ਕਤਲ ਹੋਵੇਗਾ, ਉਹਦਾ ਨਾਮ ਹੈ ਵਫਾ ਬੇਗਮ। ਉਸ ਨੂੰ ਜਦੋਂ ਪਤਾ ਚੱਲਦਾ, ਉਹ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਉਂਦੀ ਹੈ ਤੇ ਆ ਕੇ ਇੱਕ ਬੇਨਤੀ ਕਰਦੀ ਹੈ ਵੀ ਤੁਸੀਂ ਮੇਰੇ ਪਤੀ ਨੂੰ ਬਚਾਵੋ। ਸ਼ਾਹ ਮੁਹੰਮਦ ਮੇਰੇ ਪਤੀ ਦਾ ਕਤਲ ਕਰ ਦੇਵੇਗਾ, ਭਾਵੇਂ ਕਿ ਹੈ ਦੋਵੇਂ ਸਕੇ ਭਰਾ, ਪਰ ਇੱਕ ਭਰਾ ਦੂਸਰੇ ਦਾ ਕਤਲ ਕਰ ਰਿਹਾ। ਜੋ ਰਾਜਨੀਤਿਕ ਬੰਦੇ ਹੁੰਦੇ ਆ, ਉਹਨਾਂ ਦੀ ਕਿਸੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ, ਉਹਨਾਂ ਦੀ ਰਿਸ਼ਤੇਦਾਰੀ ਸਿਰਫ ਕੁਰਸੀ ਦੇ ਨਾਲ ਹੁੰਦੀ ਹੈ ਤੇ ਕੁਰਸੀ ਦੇ ਲਈ ਉਹ ਕੁਝ ਵੀ ਕਰ ਸਕਦੇ ਆ। ਹਾਂ, ਵਕਤੀ ਤੌਰ 'ਤੇ ਉਹ ਕਈ ਵਾਰੀ ਮਿੱਤਰਤਾ ਵੀ ਗੰਢਦੇ ਆ, ਦੋਸਤੀ ਵੀ ਪਾਉਂਦੇ ਆ, ਰਿਸ਼ਤੇਦਾਰੀ ਵੀ ਪਾਉਂਦੇ ਆ। ਆਪਾਂ ਵੇਖ ਸਕਦੇ ਹਾਂ ਜਦੋਂ ਰਾਜਨੀਤਿਕ ਬੰਦੇ ਨੇ ਕੋਈ ਲਾਹਾ ਪ੍ਰਾਪਤ ਕਰਨਾ ਹੋਵੇ, ਉਹ ਫਿਰ ਗਰੀਬਾਂ ਦੇ ਘਰਾਂ ਦੇ ਵਿੱਚ ਆ ਕੇ ਵੀ ਰੋਟੀਆਂ ਖਾ ਲੈਂਦੇ ਆ, ਜਵਾਕਾਂ ਨੂੰ ਚੁੱਕ ਲੈਂਦੇ ਆ, ਖਿਡਾ ਦਿੰਦੇ ਆ, ਪਰ ਉਹ 4 ਕੁ ਦਿਨਾਂ ਦੀ ਗੱਲ ਹੀ ਹੁੰਦੀ ਹੈ। ਜਦੋਂ ਉਹਨਾਂ ਦਾ ਆਪਣਾ ਮਨੋਰਥ ਪੂਰਾ ਹੋ ਜਾਂਦਾ ਹੈ, ਫਿਰ ਉਹ ਕਿਸੇ ਦੇ ਸਕੇ ਨਹੀਂ। ਆਪਣੀ ਕੁਰਸੀ ਦੇ ਲਈ ਉਹ ਕਿਸੇ ਦਾ ਵੀ ਕਤਲ ਕਰਵਾ ਸਕਦੇ ਆ, ਆਪਣੇ ਭਰਾਵਾਂ ਦਾ, ਆਪਣੇ ਮਾਤਾ ਪਿਤਾ ਦਾ, ਆਪਣੀਆਂ ਭੈਣਾਂ ਦਾ, ਆਪਣੇ ਬੱਚਿਆਂ ਦਾ। ਔਰੰਗਜ਼ੇਬ ਦਾ ਜੀਵਨ ਪੜ੍ਹ ਕੇ ਵੇਖਣਾ, ਉਹਨੇ ਆਪਣੇ ਪਿਤਾ ਨੂੰ ਜੇਲ੍ਹ ਦੇ ਵਿੱਚ ਪਾ ਕੇ ਰੱਖੇ, ਆਪਣੇ ਭਰਾਵਾਂ ਦਾ ਕਤਲ ਕਰਵਾਇਆ। ਉਹਨੇ ਬਹੁਤ ਕਹਿਰ ਕੀਤੇ ਆਪਣੇ ਪਰਿਵਾਰ 'ਤੇ। ਰਾਜਨੀਤਿਕ ਬੰਦਾ ਕਿਸੇ ਦਾ ਸਕਾ ਨਹੀਂ ਹੁੰਦਾ, ਇਹ ਰਾਜਨੀਤੀ ਦਾ ਇੱਕ ਨਿਯਮ ਹੀ ਹੈ। ਜਾਂ ਇੰਨਾ ਲਾਲਚ ਪੈ ਜਾਂਦਾ ਆਪਣੇ ਅਹੁਦੇ ਦੇ ਨਾਲ ਵੀ ਬਾਕੀ ਦੀਆਂ ਰਿਸ਼ਤੇਦਾਰੀਆਂ ਉਹ ਫਿੱਕੀਆਂ ਲੱਗਦੀਆਂ, ਵੀ ਇੰਨਾ ਬਿਨਾਂ ਸਰ ਸਕਦਾ, ਕੁਰਸੀ ਬਿਨਾਂ ਨਹੀਂ ਸਰਨਾ, ਤਖਤ ਬਿਨਾਂ ਨਹੀਂ ਸਰਨਾ। ਹੁਣ ਸ਼ਾਹ ਮੁਹੰਮਦ ਆਪਣੇ ਭਰਾ ਦਾ ਕਤਲ ਕਰਵਾ ਰਿਹਾ ਆਪਣੇ ਜਰਨੈਲ ਦੇ ਰਾਹੀਂ, ਤੇ ਜੋ ਸ਼ਾਹ ਸੁਜਾ ਦੀ ਪਤਨੀ ਹੈ ਵਫਾ ਬੇਗਮ, ਉਹਦਾ ਨਾਮ ਵਫਾ ਹੈ, ਤੇ ਵਾਕਿਆ ਹੀ ਉਹ ਵਫਾਦਾਰ ਸੀ। ਤੇ ਉਹਨੇ ਰਣਜੀਤ ਸਿੰਘ ਨੂੰ ਆ ਕੇ ਕਹਿਆ ਵੀ ਤੁਸੀਂ ਮੇਰੇ ਪਤੀ ਨੂੰ ਬਚਾਵੋ ਕਿਸੇ ਤਰੀਕੇ ਦੇ ਨਾਲ, ਮੈਂ ਤੁਹਾਨੂੰ ਇੱਕ ਬਹੁਤ ਵਧੀਆ ਕੀਮਤੀ ਹੀਰਾ ਭੇਟਾ ਕਰਾਂਗੀ, ਕੋਹੇ ਨੂਰ ਹੀਰਾ। ਇਹ ਵਾਅਦਾ ਕੀਤਾ ਗਿਆ ਤੇ ਵਫਾ ਬੇਗਮ ਨੇ ਅਜੀਜ਼ੁਦੀਨ ਤੇ ਮੁਹਕਮ ਚੰਦ ਦੇ ਰਾਹੀਂ ਇਹ ਗੱਲ ਕੀਤੀ ਸੀ।
ਅਜੀਜ਼ੁਦੀਨ ਅਤੇ ਮੁਹਕਮ ਚੰਦ ਦੇ ਕਹਿਣ 'ਤੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸ਼ੁਜਾ ਨੂੰ ਸ਼ਾਹ ਮੁਹੰਮਦ ਦੇ ਕੋਲੋਂ ਬਚਾ ਕੇ ਲੈ ਕੇ ਆਂਦਾ ਹਮਲਾ ਕਰਕੇ। ਇਹ ਰਾਵਲਪਿੰਡੀ ਦੇ ਵਿੱਚ ਦੁਬਾਰੇ ਫੇਰ ਰਹਿਣ ਲੱਗ ਪਏ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਗੱਲ ਦੁਹਰਾਈ ਵੀ ਤੁਸੀਂ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਨੂੰ ਕੋਹੇ ਨੂਰ ਹੀਰਾ ਦੇਵਾਂਗੇ, ਤੁਸੀਂ ਸਾਡੇ ਪਤੀ ਨੂੰ ਬਚਾ ਕੇ ਲੈ ਕੇ ਆਵੋ, ਤੇ ਵਫਾ ਬੇਗਮ ਉਸ ਸਮੇਂ ਮੁੱਕਰ ਗਈ। ਇਹਨੇ ਹੀਰਾ ਦੇਣ ਤੋਂ ਇਨਕਾਰ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਅਸੀਂ ਗੁਰੂ ਦੇ ਸਿਧਾਂਤਾਂ ਨੂੰ ਮੰਨਣ ਵਾਲੇ ਹਾਂ, ਅਸੀਂ ਇੱਕ ਦੁਨਿਆਵੀ ਚੀਜ਼ ਦੇ ਲਈ ਇੱਕ ਔਰਤ ਦੇ ਨਾਲ ਜੰਗ ਕਰਦੇ ਚੰਗੇ ਨਹੀਂ ਲੱਗਦੇ, ਪਰ ਇਹ ਤੂੰ ਇੱਕ ਵਾਅਦਾ ਕੀਤਾ ਸੀ ਉਸ ਸਮੇਂ ਵੀ ਮੈਂ ਤੁਹਾਨੂੰ ਹੀਰਾ ਭੇਟਾ ਕਰਾਂਗੀ, ਤੇ ਅੱਜ ਤੁਸੀਂ ਆਪਣੇ ਵਾਅਦੇ ਤੋਂ ਮੁੱਕਰ ਰਹੇ ਹੋ। ਆਖਰ ਵਫਾ ਬੇਗਮ ਨੇ ਇਹ ਸਾਰੀਆਂ ਗੱਲਾਂ ਸੁਣ ਕੇ ਜਦੋਂ ਰਣਜੀਤ ਸਿੰਘ ਨੇ ਕਿਹਾ ਵੀ ਜਿਹੜੇ ਬੰਦੇ ਤੁਹਾਡੇ ਪਤੀ ਨੂੰ ਕਸ਼ਮੀਰ ਤੋਂ ਹਮਲਾ ਕਰਕੇ ਛਡਵਾ ਸਕਦੇ ਆ, ਉਹ ਤੁਹਾਡੇ ਤੋਂ ਹੀਰਾ ਵੀ ਖੋਹ ਸਕਦੇ ਆ। ਅਸੀਂ ਖੋਹ ਸਕਦੇ ਹਾਂ ਜੇ ਚਾਹੀਏ, ਪਰ ਅਸੀਂ ਖੋਹਦੇ ਨਹੀਂ, ਕਿਉਂਕਿ ਸਾਡੇ ਸਿਧਾਂਤ ਦੇ ਉਲਟ ਹੈ ਵੀ ਇੱਕ ਔਰਤ ਦੇ ਨਾਲ ਜੰਗ ਕਰਨੀ, ਉਹ ਵੀ ਦੁਨਿਆਵੀ ਚੀਜ਼ ਦੇ ਲਈ। ਵਫਾ ਬੇਗਮ ਨੇ ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ, ਉਹਨੇ 1813 ਈਸਵੀ ਦੇ ਵਿੱਚ ਇਹ ਕੋਹੇ ਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਨੂੰ ਤੋਹਫੇ ਦੇ ਵਜੋਂ ਭੇਟਾ ਕਰ ਦਿੱਤਾ। 1813 ਈਸਵੀ ਤੋਂ ਲੈ ਕੇ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਹੇ ਹੈ, ਇਹ ਸਿੱਖਾਂ ਦੇ ਕੋਲ ਹੀ ਰਹੇ ਹੈ। ਕਿਸੇ ਸਮੇਂ ਅਸੀਂ ਇਸ ਬੇਸ਼ਕੀਮਤੀ ਹੀਰੇ ਦੇ ਮਾਲਕ ਸੀ, ਪਰ ਜਦੋਂ ਅੰਗਰੇਜ਼ਾਂ ਦਾ ਰਾਜ ਹੋਇਆ ਤੇ ਉਹਨਾਂ ਨੇ ਜਿੱਥੇ ਹੋਰ ਬਹੁਤ ਜ਼ਿਆਦਾ ਸਮਾਨ ਲੁੱਟਿਆ ਹੈਗਾ, ਉੱਥੇ ਉਹ ਹੀਰੇ ਨੂੰ ਵੀ ਲੁੱਟ ਕੇ ਲੈ ਗਏ। ਅੱਜ ਇਹ ਇੰਗਲੈਂਡ ਦੀ ਧਰਤੀ 'ਤੇ ਹੈ। ਇਹ 320 ਰੱਤੀਆਂ ਦਾ ਹੀਰਾ ਹੈ, ਬਹੁਤ ਭਾਰੀ। 320 ਰੱਤੀ ਇਹਦਾ ਵੇਟ ਹੈ। ਕਰਤਾਰ ਸਿੰਘ ਐਮਏ ਨੇ ਆਪਣੀ ਕਿਤਾਬ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਹੋਇਆ। 1813 ਈਸਵੀ ਦੇ ਵਿੱਚ ਇਹ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆ ਗਏ ਹੈ, ਤੇ ਇਹ ਕੋਈ ਕਿਸੇ ਤੋਂ ਲੁੱਟ ਕੇ ਲੈ ਕੇ ਨਹੀਂ ਆਂਦਾ, ਜਿਵੇਂ ਬਾਕੀ ਦੇ ਬਾਦਸ਼ਾਹਾਂ ਨੇ ਇੱਕ ਦੂਸਰੇ ਤੋਂ ਲੁੱਟਿਆ ਹੈ ਨਾ ਇਹ ਹੀਰਾ, ਉਸ ਤਰੀਕੇ ਦੇ ਨਾਲ ਸਿੱਖਾਂ ਨੇ ਇਹਨੂੰ ਲੁੱਟ ਕੇ ਨਹੀਂ ਲੈ ਕੇ ਆਂਦਾ। ਇੱਕ ਸਮਝੌਤੇ ਦੇ ਤਹਿਤ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਇਹ ਹੀਰਾ ਆਇਆ ਹੈ। 1813 ਈਸਵੀ ਦੇ ਵਿੱਚ ਹੀ ਜੋ ਅਟਕ ਦਰਿਆ ਹੈ, ਅਟਕ ਦਰਿਆ ਦੇ ਕਿਨਾਰੇ 'ਤੇ ਅਕਬਰ ਬਾਦਸ਼ਾਹ ਦੇ ਵੱਲੋਂ 1583 ਈਸਵੀ ਦੇ ਵਿੱਚ ਇੱਕ ਅਟਕ ਕਿਲਾ ਬਣਾਇਆ ਗਿਆ ਸੀ। ਆਖਰ ਇਹ ਹਰ ਇੱਕ ਰਾਜੇ ਦੇ ਮਨ ਦੀ ਤਮੰਨਾ ਹੁੰਦੀ ਹੈ ਵੀ ਉਸ ਦੇ ਦੇਸ਼ ਦੀਆਂ ਹੱਦਾਂ ਉਹ ਦੂਰ ਤੱਕ ਹੋਣੀਆਂ ਚਾਹੀਦੀਆਂ, ਵੱਖ-ਵੱਖ ਇਲਾਕੇ ਜਿੱਤਨੇ, ਆਪਣੇ ਰਾਜ ਨੂੰ ਵਧਾਉਣਾ, ਇਹ ਹਰ ਇੱਕ ਬਾਦਸ਼ਾਹ ਦੀ ਮਨ ਦੀ ਤਮੰਨਾ ਹੁੰਦੀ ਹੈ। 1813 ਈਸਵੀ ਦੇ ਵਿੱਚ ਹੀ ਇਸ ਅਟਕ ਦਾ ਜੋ ਕਿਲਾ ਹੈਗਾ, ਜੋ ਅਕਬਰ ਬਾਦਸ਼ਾਹ ਦੇ ਵੱਲੋਂ 1583 ਈਸਵੀ ਦੇ ਵਿੱਚ ਬਣਾਇਆ ਗਿਆ ਸੀ, ਇਸ ਦੇ ਉੱਪਰ ਹਮਲਾ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਜਿੱਤਿਆ ਜਾਂਦਾ ਹੈ। ਅਟਕ ਦਰਿਆ ਸਿੰਧ ਨੂੰ ਹੀ ਕਿਹਾ ਜਾਂਦਾ ਹੈ। ਅਟਕ ਇਸ ਦਾ ਨਾਮ ਇਸ ਕਰਕੇ ਪੈ ਗਿਆ ਵੀ ਜਦੋਂ ਕੋਈ ਵੀ ਬਾਹਰੋਂ ਹਮਲਾਵਰ ਆਉਂਦਾ ਸੀ, ਉਹ ਦੋ ਹੀ ਰਸਤਿਆਂ ਰਾਹੀਂ ਆਉਂਦਾ, ਜਾਂ ਤਾਂ ਪਿਸ਼ਾਵਰ ਦੇ ਰਾਹੀਂ ਜਾਂ ਅਟਕ ਦਰਿਆ ਦੇ ਰਾਹੀਂ। ਤੇ ਕਈ ਵਾਰੀ ਇਹ ਦਰਿਆ ਬਹੁਤ ਚੜ੍ਹਿਆ ਹੁੰਦਾ, ਤੇ ਉਸ ਸਮੇਂ ਜਿਹੜਾ ਬਾਹਰੋਂ ਹਮਲਾਵਰ ਆ ਰਿਹਾ ਉਹਨੂੰ ਕੁਝ ਸਮਾਂ ਇਹਦੇ ਕਿਨਾਰੇ 'ਤੇ ਬੈਠ ਕੇ ਇੰਤਜ਼ਾਰ ਕਰਨਾ ਪੈਂਦਾ, ਇਹਨੂੰ ਪਾਰ ਕਰਨਾ ਔਖਾ ਹੋ ਜਾਂਦਾ। ਇਸ ਕਰਕੇ ਇਸ ਦਾ ਨਾਮ ਅਟਕ ਪੈ ਗਿਆ ਵੀ ਕੁਝ ਸਮਾਂ ਇਹ ਅਟਕਾ ਕੇ ਰੱਖਦਾ ਸੀ ਦੁਸ਼ਮਣਾਂ ਨੂੰ, ਪਰ ਬਹੁਤਾ ਲੰਬੇਰਾ ਸਮਾਂ ਨਹੀਂ। ਆਖਰ ਪਾਣੀ ਦਾ ਉਤਰਾ ਚੜ੍ਹਾਅ ਵੱਧਦਾ ਘਟਦਾ ਰਹਿੰਦਾ ਪਾਣੀ, ਤੇ ਜਦੋਂ ਪਾਣੀ ਘਟਦਾ ਤੇ ਬਾਹਰੀ ਜਿਹੜੇ ਹਮਲਾਵਰ ਆਉਂਦੇ ਉਹ ਇੱਥੇ ਹਿੰਦੁਸਤਾਨ 'ਤੇ ਹਮਲਾ ਕਰਦੇ,
ਤੇ ਇਹਨੂੰ ਬਹੁਤ ਜ਼ਿਆਦਾ ਖੂਬ ਲੁੱਟ ਕੇ ਲੈ ਕੇ ਜਾਂਦੇ। ਇੱਥੋਂ ਦੀਆਂ ਬਹੂ ਬੇਟੀਆਂ ਨੂੰ, ਜਵਾਨੀਆਂ ਨੂੰ, ਧਨ ਦੌਲਤ ਨੂੰ, ਜੋ ਵੀ ਕੀਮਤੀ ਸਮਾਨ ਹੁੰਦਾ ਉਹਨੂੰ ਲੁੱਟ ਕੇ ਹਮਲਾਵਰ ਆਪਣੇ ਦੇਸ਼ ਲੈ ਜਾਂਦੇ। ਭਾਈ ਵੀਰ ਸਿੰਘ ਨੇ ਬਹੁਤ ਵਧੀਆ ਇਸ ਦਰਿਆ ਦੇ ਸੰਬੰਧ ਦੇ ਵਿੱਚ ਆਪਣੀ ਕਿਤਾਬ ਦੇ ਵਿੱਚ ਇੱਕ ਕਵਿਤਾ ਲਿਖੀ ਹੈ। ਉਹ ਇਸ ਦਰਿਆ ਨੂੰ ਸਵਾਲ ਕਰਦਾ ਹੈ ਵੀ ਤੇਰਾ ਨਾਮ ਤਾਂ ਅਟਕ ਹੈ, ਪਰ ਤੂੰ ਕਿਸੇ ਨੂੰ ਅਟਕਾ ਕੇ ਰੱਖਿਆ ਨਹੀਂ ਬਹੁਤਾ ਲੰਬਾ ਸਮਾਂ। ਅਟਕ ਕੋਈ ਪਾਈ ਨਾ, ਜ਼ਾਲਮ ਅਟਕਾਏ ਨਾ। ਅਟਕ ਕੋਈ ਪਾਈ ਨਾ, ਜ਼ਾਲਮ ਅਟਕਾਏ ਨਾ। ਅਟਕ ਤੇਰਾ ਨਾਉ, ਨਾ ਤੇਰਾ ਅਟਕ ਦਰਿਆ ਹੈ, ਪਰ ਲੰਬੇਰਾ ਸਮਾਂ ਕਿਸੇ ਦੁਸ਼ਮਣ ਨੂੰ ਅਟਕਾ ਕੇ ਨਹੀਂ ਰੱਖਿਆ। ਆਖਰ 1813 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਇਸ ਅਟਕ ਨੂੰ ਜਿੱਤਿਆ ਗਿਆ। ਇਸ ਕਿਲੇ ਦੇ ਉੱਪਰ ਸਿੱਖਾਂ ਦਾ ਕਬਜ਼ਾ ਹੋ ਗਿਆ। ਅਸਲ ਫਿਰ ਦੁਸ਼ਮਣਾਂ ਨੂੰ ਜੇ ਅਟਕ ਪਾਈ ਹੈ ਤਾਂ ਉਹ ਸਿੱਖਾਂ ਨੇ ਪਾਈ ਹੈ। 1813 ਤੋਂ ਬਾਅਦ ਕੋਈ ਵੀ ਬਾਹਰੀ ਹਮਲਾਵਰ ਹਿੰਦੁਸਤਾਨ ਨਹੀਂ ਆਇਆ। ਇੱਥੇ ਸਿੱਖਾਂ ਦਾ ਕਬਜ਼ਾ ਹੋ ਗਿਆ ਇਸ ਕਿਲੇ ਤੇ ਜਦੋਂ ਦੁਸ਼ਮਣ ਆਉਂਦਾ ਉਹਨੂੰ ਇੱਥੇ ਹੀ ਰੋਕ ਲਿਆ ਜਾਂਦਾ। ਫਿਰ ਕੋਈ ਵੀ ਦੁਸ਼ਮਣ ਜੋ ਅਫਗਾਨਿਸਤਾਨ ਦੇ ਵੱਲੋਂ ਇੱਥੇ ਹਮਲਾਵਰ ਬਣ ਕੇ ਨਹੀਂ ਆਇਆ ਤੇ ਨਾ ਹੀ ਉਹਨੇ ਹਿੰਦੁਸਤਾਨ ਨੂੰ ਲੁੱਟਿਆ। ਜੇ ਅਟਕ ਪਾਈ ਹੈ ਤਾਂ ਉਹ ਸਿੱਖਾਂ ਨੇ ਪਾਈ ਹੈ। ਪਹਿਲੀ ਵਾਰ ਜੇ ਇਹ ਰਸਤਾ ਬੰਦ ਕੀਤਾ ਦੁਸ਼ਮਣ ਦਾ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਸਿੱਖਾਂ ਨੇ ਕੀਤਾ ਹੈਗਾ। ਅਟਕ ਦਰਿਆ ਨੂੰ ਜਿੱਤਿਆ ਗਿਆ 1813 ਈਸਵੀ ਦੇ ਵਿੱਚ। 1817 ਈਸਵੀ ਦੇ ਵਿੱਚ ਇੱਕ ਹੋਰ ਘਟਨਾ ਘਟਦੀ ਹੈ। ਮਹਾਰਾਜਾ ਰਣਜੀਤ ਸਿੰਘ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਹੈ। ਵੈਦ ਹਕੀਮ ਆਪਣੇ ਵੱਲੋਂ ਇਲਾਜ ਕਰਦੇ ਹੈ, ਬਹੁਤ ਕੋਸ਼ਿਸ਼ ਕਰਦੇ ਹੈ, ਪਰ ਰਣਜੀਤ ਸਿੰਘ ਤੰਦਰੁਸਤ ਨਹੀਂ ਹੁੰਦਾ। 1817 ਈਸਵੀ ਦੀ ਘਟਨਾ ਹੈ। ਜਦੋਂ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਹੈ, ਇੱਕ ਅਟਾਰੀ ਘਰਾਣਾ ਹੈਗਾ, ਇਹਨਾਂ ਦਾ ਬਹੁਤ ਜ਼ਿਆਦਾ ਨਾਮ ਹੈ ਸਿੱਖ ਇਤਿਹਾਸ ਦੇ ਵਿੱਚ। ਨਿਧਾਨ ਸਿੰਘ ਅਟਾਰੀ, ਇਹ ਸ਼ਾਮ ਸਿੰਘ ਅਟਾਰੀ ਦਾ ਪਿਤਾ ਸੀ। ਨਿਧਾਨ ਸਿੰਘ ਅਟਾਰੀ ਮਹਾਰਾਜਾ ਰਣਜੀਤ ਸਿੰਘ ਦੀ ਵਿਗੜਦੀ ਹੋਈ ਸਿਹਤ ਨੂੰ ਵੇਖਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਆਲੇ ਦੁਆਲੇ ਇੱਕ ਚੱਕਰ ਕੱਟਦਾ, ਗੇੜਾ ਕੱਢਦਾ, ਜਿਵੇਂ ਆਪਾਂ ਪਰਿਕਰਮਾ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ, ਇਸ ਤਰੀਕੇ ਦੇ ਨਾਲ। ਤੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਦਾ। ਇਹ ਜ਼ਿਕਰ ਕਿਤਾਬਾਂ ਦੇ ਵਿੱਚ ਮਿਲਦਾ ਵੀ ਇਹ ਘਟਨਾ ਘਟੀ ਹੈ ਤੇ ਇਹ ਸੱਚਾਈ ਭਰਪੂਰ ਘਟਨਾ ਹੈ। ਨਿਧਾਨ ਸਿੰਘ ਅਟਾਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੈ ਕਰ ਆਪਣੇ, ਸਾਸ ਸਾਸ ਪ੍ਰਤਪਾਲੇ, ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨ ਆਵੈ, ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ, ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰਾ RAM ਕਰ, ਦੁੱਖ ਲੱਗੈ ਨਾ ਭਾਈ। ਨਿਧਾਨ ਸਿੰਘ ਅਟਾਰੀ ਦੇ ਵੱਲੋਂ ਇਹ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਵੀ ਸੱਚੇ ਪਾਤਸ਼ਾਹ ਮੇਰੇ ਸਰੀਰ ਵਿੱਚ ਤੇ ਰਣਜੀਤ ਸਿੰਘ ਦੇ ਸਰੀਰ ਵਿੱਚ ਕੋਈ ਅੰਤਰ ਨਹੀਂ ਹੈ, ਲੇਕਿਨ ਰਣਜੀਤ ਸਿੰਘ ਕੌਮ ਦਾ ਬਾਦਸ਼ਾਹ ਹੈ, ਉਹ ਕੌਮ ਦੀ ਅਗਵਾਈ ਕਰ ਰਹੇ ਹੈ ਤੇ ਮੈਂ ਇੱਕ ਆਮ ਨਾਰਮਲ ਗੁਰਸਿੱਖ ਹਾਂ। ਮੇਰੀ ਅਰਦਾਸ ਬੇਨਤੀ ਇਹ ਹੈ, ਸਿੱਖ ਕੌਮ ਨੂੰ ਬਾਦਸ਼ਾਹ ਦੀ ਬਹੁਤ ਜ਼ਿਆਦਾ ਲੋੜ ਹੈ, ਕਿਰਪਾ ਕਰੋ ਉਹ ਤੰਦਰੁਸਤ ਹੋ ਜਾਵੇ, ਉਸ ਦੀ ਜਗ੍ਹਾ ਤੇ ਮੈਂ ਬਿਮਾਰ ਹੋ ਜਾਵਾਂ। ਇਸ ਤਰ੍ਹਾਂ ਦੀ ਅਰਦਾਸ ਬੇਨਤੀ ਕੀਤੀ
ਕਿਤਾਬਾਂ ਦੇ ਵਿੱਚ ਇਹ ਜ਼ਿਕਰ ਹੈ ਵੀ ਇਹ ਅਰਦਾਸ ਕਰਨ ਤੋਂ ਬਾਅਦ ਰਣਜੀਤ ਸਿੰਘ ਤਾਂ ਤੰਦਰੁਸਤ ਹੋਣਾ ਸ਼ੁਰੂ ਹੋ ਗਿਆ, ਨਿਧਾਨ ਸਿੰਘ ਅਟਾਰੀ ਬਿਮਾਰ ਹੋਣਾ ਸ਼ੁਰੂ ਹੋ ਗਿਆ। ਆਖਰ ਮਹਾਰਾਜਾ ਰਣਜੀਤ ਸਿੰਘ ਬਿਲਕੁਲ ਤੰਦਰੁਸਤ ਹੋ ਗਿਆ ਤੇ ਨਿਧਾਨ ਸਿੰਘ ਅਟਾਰੀ ਅਕਾਲ ਚਲਾਣਾ ਕਰ ਗਿਆ। ਇਹ ਘਟਨਾ 1817 ਈਸਵੀ ਦੀ ਹੈ। ਇਹਦਾ ਕਿਤਾਬਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਿਕਰ ਕੀਤਾ ਜਾਂਦਾ ਹੈ। ਨਿਧਾਨ ਸਿੰਘ ਅਟਾਰੀ ਨੇ ਇੰਨੀ ਸ਼ੁੱਧ ਭਾਵਨਾ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਵੀ ਉਹਦੀ ਅਰਦਾਸ ਬੇਨਤੀ ਹੈ ਜਿਹੜੀ ਉਹ ਕਬੂਲ ਹੋਈ। ਇਹ ਇੱਕ ਇਹੋ ਜਿਹੀ ਅਚੰਭੇ ਵਾਲੀ ਘਟਨਾ ਹੈ। ਇਸ ਨੂੰ ਅਸੀਂ ਭਾਵੇਂ ਕਰਾਮਾਤ ਨਾਲ ਜੋੜ ਲਈਏ, ਭਾਵੇਂ ਸੱਚਾਈ ਨਾਲ ਜੋੜ ਲਈਏ। ਆਖਰ ਇਹ ਅਰਦਾਸ ਬੇਨਤੀ ਕੀਤੀ ਗਈ ਹੈ ਤੇ ਜਦੋਂ ਇਸ ਗੱਲ ਦਾ ਪਤਾ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਦਾ ਵੀ ਨਿਧਾਨ ਸਿੰਘ ਅਟਾਰੀ ਨੇ ਮੇਰੀ ਤੰਦਰੁਸਤੀ ਦੀ ਅਰਦਾਸ ਕੀਤੀ ਹੈ ਇਸ ਤਰੀਕੇ ਦੇ ਨਾਲ, ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਲਗਾਵ ਹੈ ਜਿਹੜਾ ਇਸ ਘਰਾਣੇ ਦੇ ਨਾਲ ਬਹੁਤ ਜ਼ਿਆਦਾ ਵੱਧ ਗਿਆ ਸੀ, ਬਹੁਤ ਜ਼ਿਆਦਾ ਪਿਆਰ ਪੈ ਗਿਆ ਸੀ ਇਸ ਅਟਾਰੀ ਘਰਾਣੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ। ਅੱਗੇ ਜਾ ਕੇ ਆਪਸ ਦੇ ਵਿੱਚ ਇਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਪੈਣੀਆਂ ਹਨ ਇਸੇ ਅਰਦਾਸ ਕਰਕੇ ਹੀ। ਇਹ ਘਟਨਾ ਵੀ 1817 ਈਸਵੀ ਦੀ ਹੈ ਤੇ 1817 ਈਸਵੀ ਦੇ ਵਿੱਚ ਮੁਲਤਾਨ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ। ਮੈਂ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਸੀ ਕਿ ਮੁਲਤਾਨ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਨੇ 6 ਹਮਲੇ ਕੀਤੇ ਸਨ ਤੇ ਇਹ 1817 ਈਸਵੀ ਦੇ ਵਿੱਚ ਅਖੀਰਲਾ ਹਮਲਾ ਸੀ, ਕਿਉਂਕਿ ਜੋ ਇੱਥੋਂ ਦਾ ਹਾਕਮ ਹੈ ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਹਮਲਾ ਕਰਦਾ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਸਮਝੌਤਾ ਕਰ ਲੈਂਦਾ ਵੀ ਮੈਂ ਤੁਹਾਨੂੰ ਟੈਕਸ ਵੀ ਦੇਵਾਂਗਾ, ਤੁਹਾਡੀ ਈਨ ਵੀ ਮੰਨਾਂਗਾ, ਤੁਹਾਡੇ ਮੁਤਾਬਕ ਚੱਲਾਂਗਾ। ਤੇ ਜਦੋਂ ਉਹਨੂੰ ਹਾਕਮ ਬਣਾ ਕੇ ਵਾਪਸ ਆ ਜਾਂਦੇ ਲਾਹੌਰ ਵਿਖੇ ਤੇ ਉਹ ਬਾਗੀ ਹੋ ਜਾਂਦਾ, ਉਹ ਈਨ ਨਹੀਂ ਸੀ ਮੰਨਦਾ ਨਾ ਟੈਕਸ ਦਿੰਦਾ। ਫੇਰ ਦੁਬਾਰੇ ਹਮਲਾ ਕੀਤਾ ਜਾਂਦਾ, ਫੇਰ ਹਾਰ ਜਾਂਦਾ। ਉਹਨੇ 5-6 ਹਮਲੇ ਇਸੇ ਤਰ੍ਹਾਂ ਕਰਦਾ ਰਿਹਾ। ਆਖਰ 1817 ਈਸਵੀ ਦੇ ਵਿੱਚ ਇਹ ਫੈਸਲਾ ਕੀਤਾ ਜਾਂਦਾ ਵੀ ਇਸ ਵਾਰੀ ਆਪਾਂ ਨੂੰ ਫੈਸਲਾ ਕੁੰਨ ਲੜਾਈ ਕਰਨੀ ਚਾਹੀਦੀ ਹੈ। ਹਰ ਵਾਰੀ ਉਹਨੂੰ ਇਸ ਤਰ੍ਹਾਂ ਨਹੀਂ ਵੀ ਉੱਥੋਂ ਦਾ ਹਾਕਮ ਬਣਾ ਕੇ ਅਸੀਂ ਵਾਪਸ ਆ ਜਾਈਏ, ਤੇ ਨਹੀਂ ਤਾਂ ਹਰ ਵਾਰੀ ਸਾਨੂੰ ਫੌਜ ਲਿਜਾਣੀ ਪੈਂਦੀ ਹੈ ਤੇ ਹਮਲਾ ਕਰਨਾ ਪੈਂਦਾ। ਇਸ ਵਾਰ ਜੋ ਲੜਾਈ ਕੀਤੀ ਜਾਵੇਗੀ ਉਹ ਫੈਸਲਾ ਕੁੰਨ ਹੋਵੇਗੀ, ਉਹਦੀ ਕੋਈ ਗੱਲ ਨਹੀਂ ਸੁਣੀ ਜਾਵੇਗੀ। ਤੇ ਇਹ ਸੁਨੇਹਾ ਉਸ ਨੂੰ ਵੀ ਭੇਜ ਦਿੱਤਾ ਜਾਂਦਾ ਵੀ ਅਸੀਂ ਹੁਣ ਹਮਲਾ ਕਰਾਂਗੇ ਤੇ ਆਪਣੇ ਵੱਲੋਂ ਜਿੰਨੀ ਤੇਥੋਂ ਤਿਆਰੀ ਹੋ ਸਕਦੀ ਹੈ ਉਨੀ ਕਰ ਸਕਦੇ ਹਾਂ, ਕਿਉਂਕਿ ਇਹ ਲੜਾਈ ਫੈਸਲਾ ਕੁੰਨ ਹੋਵੇਗੀ, ਤੈਨੂੰ ਬਖਸ਼ਿਆ ਨਹੀਂ ਜਾਵੇਗਾ। 1817 ਈਸਵੀ ਦੇ ਵਿੱਚ ਇਹ ਹਮਲਾ ਕੀਤਾ ਜਾਂਦਾ। ਆਪਾਂ ਕੱਲ੍ਹ ਨੂੰ ਇਸ ਹਮਲੇ ਦੇ ਬਾਰੇ ਵਿਸਤਾਰ ਦੇ ਵਿੱਚ ਵਿਚਾਰਾਂ ਕਰਾਂਗੇ ਕਿ ਕਿਹੜੇ ਤਰੀਕੇ ਦੇ ਨਾਲ ਸਿੱਖ ਹੈ ਜੋ ਮੁਲਤਾਨ ਵਿਖੇ ਜਿੱਤ ਪ੍ਰਾਪਤ ਕਰਦੇ ਹਨ। ਸੋ ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ 'ਤੇ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।